ਇਹ ਕਰਮਾਂ ਦੀ ਗਤੀ ਇੰਨੀ ਜ਼ਿਆਦਾ ਬਲਵਾਨ ਹੋਇਆ ਕਰਦੀ ਹੈ। ਵੱਡੇ ਤੋਂ ਵੱਡਾ ਕੋਈ ਸੂਰਮਾ ਆਖੇ ਕਿ ਮੈਂ ਕਰਮਾਂ ਨੂੰ ਨਹੀਂ ਭੋਗਦਾ, ਵੱਡੇ ਤੋਂ ਵੱਡਾ ਕੋਈ ਬਲਵਾਨ ਆਖੇ ਕਿ ਮੈਂ ਕਰਮਾਂ ਨੂੰ ਨਹੀਂ ਭੋਗਦਾ, ਉਹਨੂੰ ਵੀ ਕਰਮ ਜਿਹੜੇ ਨੇ ਭੋਗਣੇ ਪੈਂਦੇ। ਸਾਡੇ ਭਾਰਤ ਵਰਸ਼ ਦੇ ਵਿੱਚ ਇੱਕ ਰਾਜਾ ਆਇਆ, ਰਾਜਾ ਜਨਮੇਜਾ। ਗੁਰਬਾਣੀ ਵਿੱਚ ਰਾਜੇ ਜਨਮੇਜੇ ਦੇ ਬਹੁਤ ਪਾਠ ਆਏ ਨੇ, ਜਿਨ੍ਹਾਂ ਸਰੀਰਾਂ ਨੇ ਗੁਰਬਾਣੀ ਪੜ੍ਹੀ ਉਹਨਾਂ ਨੂੰ ਪਤਾ ਹੋਵੇਗਾ। ਇਹ ਰਾਜਾ ਜਨਮੇਜਾ ਅਰਜਨ ਦਾ ਪੜਪੋਤਰਾ ਸੀ। ਅਰਜਨ ਦਾ ਪੁੱਤਰ ਸੀ ਅਭਿਮਨਯੂ, ਅਭਿਮਨਯੂ ਦਾ ਪੁੱਤਰ ਸੀ ਰਾਜਾ ਪਰਿਸ਼ਦ, ਰਾਜਾ ਪਰਿਸ਼ਦ ਦਾ ਪੁੱਤਰ ਸੀ ਰਾਜਾ ਮੇਦਕੁਲ, ਤੇ ਰਾਜੇ ਮੇਦਕੁਲ ਦਾ ਪੁੱਤਰ ਸੀ ਇਹ ਰਾਜਾ ਜਨਮੇਜਾ। ਕਈ ਵਾਰ ਰਾਜੇ ਜਨਮੇਜੇ ਦੇ ਮਨ ਦੇ ਵਿੱਚ ਇਹ ਵਿਚਾਰ ਆਉਣਾ, ਇਹ ਖਿਆਲ ਆਇਆ ਕਰਨਾ ਕਿ ਸਾਡੇ ਬਜ਼ੁਰਗਾਂ ਨੇ ਕੈਸਾ ਕਮਲ ਛਾਨਿਆ, ਐਡਾ ਵੱਡਾ ਜੰਗ ਕੀਤਾ ਮਹਾਭਾਰਤ ਦਾ, 18 ਦਿਨਾਂ ਦੇ ਵਿੱਚ 45 ਲੱਖ ਬੰਦਾ ਮਰ ਗਿਆ, ਚੜ੍ਹਦੇ ਤੋਂ ਚੜ੍ਹਦਾ ਰਾਜਾ ਮਰ ਗਿਆ, ਚੜ੍ਹਦੇ ਤੋਂ ਚੜ੍ਹਦਾ ਸੂਰਮਾ ਮਰ ਗਿਆ, ਦੇਸ਼ ਵਿੱਚ ਕੋਈ ਸੂਰਮਾ ਨਹੀਂ ਬਚਿਆ, ਦੇਸ਼ ਦੇ ਵਿੱਚ ਕੋਈ ਰਾਜਾ ਨਹੀਂ ਬਚਿਆ, ਦੇਸ਼ ਗਰੀਬ ਬਣ ਗਿਆ। ਕੀ ਕੀਤਾ ਸਾਡੇ ਬਜ਼ੁਰਗਾਂ ਨੇ, ਐਡਾ ਵੱਡਾ ਜੰਗ ਕੀਤਾ। ਇੱਕ ਦਿਨ ਕੀ ਹੋਇਆ, ਪੰਡਤ ਵੇਦ ਵਿਆਸ, ਇਹ ਵੀ ਇਹਦੇ ਦਾਦਿਆਂ ਪੜਦਾਦਿਆਂ ਦੇ ਵਿੱਚੋਂ ਲੱਗਦੇ ਸਨ। ਪੰਡਤ ਵੇਦ ਵਿਆਸ ਜਿਨ੍ਹਾਂ ਨੇ 18 ਪੁਰਾਣ ਲਿਖੇ ਨੇ, ਮਹਾਭਾਰਤ ਵੀ ਇਹਨਾਂ ਨੇ ਲਿਖੀ ਹੈ, ਬਹੁਤ ਤ੍ਰਿਕਾਲਦਰਸ਼ੀ ਮਹਾਪੁਰਸ਼ ਸਨ। ਪੰਡਤ ਵੇਦ ਵਿਆਸ ਰਾਜੇ ਜਨਮੇਜੇ ਦੇ ਕੋਲ ਗਏ। ਰਾਜਾ ਜਨਮੇਜਾ ਨਮਸਕਾਰ ਕਰਕੇ ਬੇਨਤੀ ਕਰਨ ਲੱਗਾ, ਮਹਾਰਾਜ ਤੁਸੀਂ ਤ੍ਰਿਕਾਲਦਰਸ਼ੀ ਹੋ, ਮੈਂ ਅੱਜ ਇੱਥੇ ਇਹ ਵੀ ਅਰਜ਼ ਕਰਦਾ ਜਾਵਾਂ, ਤ੍ਰਿਕਾਲਦਰਸ਼ੀ ਕਿਹਨੂੰ ਆਖਿਆ ਜਾਂਦਾ? ਤ੍ਰਿਕਾਲਦਰਸ਼ੀ ਉਹਨੂੰ ਆਖਿਆ ਜਾਂਦਾ ਹੈ ਜਿਹਨੂੰ ਲੰਘੇ ਹੋਏ ਸਮੇਂ ਦਾ ਵੀ ਪਤਾ ਹੋਵੇ, ਜਿਹਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਹੋਵੇ, ਤੇ ਜਿਹਨੂੰ ਹੋਣ ਵਾਲੇ ਸਮੇਂ ਦਾ ਵੀ ਪਤਾ ਹੋਵੇ। ਤਿੰਨਾਂ ਕਾਲਾਂ ਦਾ ਜਿਹੜਾ ਗਿਆਤਾ ਉਹ ਤ੍ਰਿਕਾਲਦਰਸ਼ੀ ਹੋਇਆ ਕਰਦਾ। ਐਸੇ ਮਹਾਪੁਰਸ਼ਾਂ ਦੇ ਕੋਲ ਉਹ ਸ਼ਕਤੀ ਹੋਇਆ ਕਰਦੀ, ਉਹ ਲੰਘੇ ਹੋਏ ਸਮੇਂ ਨੂੰ ਵੀ ਖਿੱਚ ਕੇ ਸਾਹਮਣੇ ਲੈ ਆਉਂਦੇ ਨੇ। ਜੇ 1000 ਸਾਲ ਦਾ ਸਮਾਂ ਵੇਖਣਾ ਤੇ ਉਹਨਾਂ ਨੇ 1000 ਸਾਲ ਦਾ ਸਮਾਂ ਹੀ ਖਿੱਚ ਕੇ ਉਹਨੂੰ ਪ੍ਰੈਜ਼ੈਂਟ ਟੈਂਸ ਕਰ ਲੈਣਾ। ਲੰਮਾ ਵੇਖ ਲੈਂਦੇ ਨੇ, 500 ਸਾਲ, 1000 ਸਾਲ, 2000 ਸਾਲ। ਅਜੇ ਸਾਇੰਸ ਨੂੰ ਇਸ ਡਾਇਮੈਂਸ਼ਨ ਦਾ ਪਤਾ ਨਹੀਂ ਲੱਗਾ ਕਿ ਸਮਾਂ ਕਿਸ ਤਰ੍ਹਾਂ ਖਿੱਚੀਦਾ। ਇਹ ਸਾਧੂਆਂ ਨੂੰ ਪਤਾ ਹੋਇਆ ਕਰਦਾ। ਸਮਾਂ ਖਿੱਚ ਕੇ ਉਹ ਵੇਖ ਲੈਂਦੇ ਨੇ, ਕੌਣ ਸੀ ਇਹ, ਕਿੱਥੇ ਸੀ, ਇਹਦੀ ਕੀ ਅਵਸਥਾ ਸੀ, ਪਿਛਲੇ ਜਨਮ ਦੇ ਵਿੱਚ ਇਹ ਕੌਣ ਸੀ। ਹਜ਼ਰਤ ਈਸਾ ਬੰਦਗੀ ਦੇ ਵਿੱਚ ਬੈਠੇ ਹੋਏ ਸਨ। ਇੱਕ ਦਿਨ ਈਸਾ ਮਤ ਦੀਆਂ ਕਿਤਾਬਾਂ ਦੇ ਵਿੱਚ ਇਹ ਸਾਖੀ ਆਉਂਦੀ ਹੈ। ਹਜ਼ਰਤ ਈਸਾ ਬੰਦਗੀ ਦੇ ਵਿੱਚ ਬੈਠੇ ਹੋਏ ਨੇ, ਮਾਲਾ ਹੱਥ ਦੇ ਵਿੱਚ ਫੜੀ ਹੋਈ ਹੈ, ਸਿਮਰਨ ਕਰਨ ਦੇ ਨੇ। ਇੱਕੋ ਦਮ ਮੂੰਹ ਦੇ ਵਿੱਚੋਂ, ਮੁਖਾਰਬੰਦ ਚੋਂ ਬਚਨ ਨਿਕਲਿਆ, ਵਾਹ ਵਾਹ ਵਾਹ। ਮੁਰੀਦ ਕੋਲ ਬੈਠੇ ਹੋਏ ਸਨ। ਮੁਰੀਦਾਂ ਨੇ ਬੇਨਤੀ ਕਰ ਦਿੱਤੀ, ਮੁਰਸ਼ਦ ਜੀ ਅੱਜ ਤੁਸੀਂ ਬੜੇ ਖੁਸ਼ ਨਜ਼ਰ ਆ ਰਹੇ ਹੋ, ਤੁਹਾਡੀ ਇਸ ਖੁਸ਼ੀ ਦਾ, ਪ੍ਰਸੰਨਤਾ ਦਾ ਕਾਰਨ ਕੀ ਹੈ, ਸਾਨੂੰ ਵੀ ਪਤਾ ਲੱਗੇ। ਹਜ਼ਰਤ ਈਸਾ ਆਖਣ ਲੱਗੇ, ਮੈਂ ਵੇਖ ਰਿਹਾ ਅੱਜ ਤੋਂ 1700 ਸਾਲ ਬਾਅਦ ਸੰਸਾਰ ਤੇ ਇੱਕ ਅਵਤਾਰ ਆ ਰਿਹਾ। ਮੁਰੀਦਾਂ ਨੇ ਬੇਨਤੀ ਕੀਤੀ, ਮੁਰਸ਼ਦ ਜੀ ਸਾਨੂੰ ਵੀ ਪਤਾ ਲੱਗੇ, ਉਹਦੀ ਨਿਸ਼ਾਨੀ ਕੀ ਹੈ। ਹਜ਼ਰਤ ਈਸਾ ਆਖਣ ਲੱਗੇ, ਉਹਦੀ ਨਿਸ਼ਾਨੀ ਇਹ ਆ, ਉਹਦੇ ਇੱਕ ਮੋਢੇ ਤੇ ਤੀਰਾਂ ਦਾ ਪੱਥਾ ਹੋਵੇਗਾ, ਇੱਕ ਮੋਢੇ ਤੇ ਕਮਾਨ ਹੋਵੇਗੀ, ਹੱਥ ਦੇ ਵਿੱਚ ਤਲਵਾਰ ਹੋਵੇਗੀ, ਚਿੱਟਾ ਹੀ ਉਹਦਾ ਬਾਣਾ ਹੋਏਗਾ ਤੇ ਚਿੱਟਾ ਹੀ ਉਹਦਾ ਘੋੜਾ ਹੋਏਗਾ। ਹੋਏਗਾ ਮਹਾਨ ਸਾਧੂ, ਲੇਕਿਨ ਭੇਖ ਉਹਦਾ ਰਾਜਿਆਂ ਵਾਲਾ ਹੋਵੇਗਾ, ਤੇ ਸੰਸਾਰ ਤੇ ਆ ਕੇ ਉਹ ਦਾੜੀ ਤੇ ਕੇਸਾਂ ਵਾਲਾ ਪੰਥ ਪੈਦਾ ਕਰੇਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਬਤ 1700 ਸਾਲ ਅੱਗੇ ਦਾ ਸਮਾਂ ਖਿੱਚ ਕੇ ਹਜ਼ਰਤ ਈਸਾ ਨੇ ਦੱਸ ਦਿੱਤਾ ਕਿ ਕਿਹੜਾ ਅਵਤਾਰ ਆ ਰਿਹਾ। ਤ੍ਰਿਕਾਲਦਰਸ਼ੀ ਜੂ ਸੀ ਰਾਜਾ ਜਨਮੇਜਾ। ਪੰਡਤ ਵੇਦ ਵਿਆਸ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਤੁਸੀਂ ਤ੍ਰਿਕਾਲਦਰਸ਼ੀ ਹੋ, ਤੇ ਸਾਡੇ ਬਜ਼ੁਰਗ ਭੀਖਮ ਪਿਤਾਮਾ, ਦਰੋਣਾਚਾਰਿਆ ਇੰਨੇ ਗਿਆਨਵਾਨ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਆਪ 16 ਕਲਾ ਸੰਪੂਰਨ ਸਨ, ਫਿਰ ਉਹਨਾਂ ਨੇ ਇਹ ਐਡਾ ਵੱਡਾ ਜੰਗ ਕਿਉਂ ਹੋਣ ਦਿੱਤਾ? 18 ਦਿਨਾਂ ਦੇ ਵਿੱਚ 45 ਲੱਖ ਬੰਦਾ ਮਰ ਗਿਆ, ਚੜ੍ਹਦੇ ਤੋਂ ਚੜ੍ਹਦਾ ਰਾਜਾ ਮਰ ਗਿਆ, ਚੜ੍ਹਦੇ ਤੋਂ ਚੜ੍ਹਦਾ ਸੂਰਮਾ ਮਰ ਗਿਆ, ਦੇਸ਼ ਵਿੱਚ ਕੋਈ ਰਾਜਾ ਨਹੀਂ ਬਚਿਆ, ਦੇਸ਼ ਵਿੱਚ ਕੋਈ ਸੂਰਮਾ ਨਹੀਂ ਬਚਿਆ, ਦੇਸ਼ ਗਰੀਬ ਬਣ ਗਿਆ ਹੈ। ਕਿਉਂ ਨਹੀਂ ਰੋਕਿਆ ਉਹਨਾਂ ਨੇ, ਕਿਉਂ ਹੋਣ ਦਿੱਤਾ? ਪੰਡਤ ਵੇਦ ਵਿਆਸ ਆਖਣ ਲੱਗੇ, ਰਾਜਨ ਇਹ ਸਾਰਿਆਂ ਦੇ ਕਰਮਾਂ ਦੇ ਵਿੱਚ ਇਹ ਹੋਣੀ ਲਿਖੀ ਹੋਈ ਸੀ, ਸਾਰਿਆਂ ਨੇ ਭੋਗਣੀ ਹੋਈ ਸੀ। ਰਾਜਾ ਜਨਮੇਜਾ ਬੇਨਤੀ ਕਰਨ ਲੱਗਾ, ਮਹਾਰਾਜ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਤੇ ਇਹਨੂੰ ਰੋਕ ਸਕਦੇ ਸਨ। ਪੰਡਤ ਵੇਦ ਵਿਆਸ ਆਖਣ ਲੱਗੇ, ਉਹਨਾਂ ਨੇ ਬੜਾ ਯਤਨ ਕੀਤਾ ਸੀ ਰੋਕਣ ਦਾ, ਪਰ ਰਾਜਨ ਇਹ ਕਰਮ ਬਣਦੇ ਨੇ,
देश दे कर्म बनते ने, कौमां दे कर्म बनते ने, सूबे दे कर्म बनते ने, परिवारां दे कर्म बनते ने। वो कर्म एक दूसरे दे उत्ते प्रभाव पाउंदे ने। ये होनी सारियां ने भोगनी भी सी राजन, इन्हां दे कर्मां दे विच लिखी होई सी, इहनूं टालिया नहीं सी जा सकदा। पंडित वेद व्यास आखन लगे, राजन तू चिंता कादी करदा है? चिंता ना कर। चिंता ते ओदी करनी चाहिदी है जे कोई अनहोनी चीज होवे, ਜਿਹੜੀ ਹੋਣੀ ਹੋ ਕੇ ਹੀ ਰਹਿਣੀ ਹੈ। ਹੋਣੀ ਕਹਿੰਦੇ ਨੇ ਮੌਤ ਨੂੰ, ਜਿਹੜੀ ਮੌਤ ਨੇ ਇੱਕ ਨਾ ਇੱਕ ਦਿਨ ਆਉਣਾ ਹੀ ਹੈ, ਜਿਹਨੂੰ ਟਾਲਿਆ ਹੀ ਨਹੀਂ ਜਾ ਸਕਦਾ, ਉਹਦੀ ਕਾਦੀ ਚਿੰਤਾ ਕਰਨੀ, ਜਿੰਨੇ ਆਉਣਾ ਹੀ ਹੈ। ਪਾਤਸ਼ਾਹ ਕਹਿੰਦੇ ਨੇ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾ, ਇੱਥੇ ਕੋਈ ਥਿਰ ਨਹੀਂ। ਪੰਡਤ ਵੇਦ व्यास ਆਖਣ ਲੱਗੇ, ਰਾਜਨ ਇਹ ਕਰਮਾਂ ਦੇ ਵਿੱਚ ਲਿਖਿਆ ਹੋਇਆ ਸੀ ਸਾਰਿਆਂ ਦੇ, ਤੂੰ ਚਿੰਤਾ ਨਾ ਕਰ। पर राजा जनमेजा आखन लगा, महाराज ये पुरानियां गल्लां ने, जदों किसी बंदे दे नाल कोई घटना वापर जाती है ना, उदों सारे इस तरह ही आंदे ने, तेरा लिखिया होया सी, ये तेरे नाल वापरना ही सी। ये पुरानियां गल्लां ने। बंदा अपनी सियाणप दे नाल, चलाकी दे नाल किवें नहीं होनी नूं टाल सकदा, होनी नूं बदलिया जा सकदा। पंडित वेद व्यास आखन लगे, राजन तू इन्ना गलत किस तरह हो सकदा? तैनू परमेश्वर ते विश्वास नहीं? आखन लगा, नहीं गल ओ नहीं, गल ए आ बंदा अपनी सियाणप दे नाल भी होनी नूं टाल सकदा। पंडित वेद व्यास आखन लगे, अच्छा तू इन्ना ही सियाणा? आखन लगा, हाँ मैं टाल सकदा। पंडित वेद व्यास आखन लगे, लिया फिर कागज लिख, तेरी जिंदगी दे विच किहड़ियां किहड़ियां घटनावां होणगियां मैं तैनू पहले ही लिखा देना, तू रोक के विखा दे। पंडित वेद व्यास ने आख्या कि लिख, तू एक घोड़ी खरीदेगा ते उस घोड़ी दे उत्ते सवार होके दक्षिण दिशा दे विच जंगल दे विच जावेंगा। उत्थे एक आदिवासी लड़की दे नाल तेरा मेल होवेगा, ओदी जात दा नहीं तैनू पता होएगा, ओदी पात दा नहीं पता होएगा, ओदे नाल शादी करके तू अपने महल दे विच लै आवेंगा। तेरा एक कर्म वेख के तेरी सारी प्रजा तेरे खिलाफ हो जाएगी। फिर तू एक हवन जग करेगा। हवन जग दे विच कोई ऐसी घटना वापरेगी, तू 18 ब्राह्मणां दी हत्या कर देगा, फिर तेनू कोड़ हो जाएगा। फिर तू मेरे कोल आवेगा, फिर तू मेरे कोल आवेगा, मैं तेनू भागवत दी कथा सुनावांगा। कथा दे प्रभाव दे नाल तेरा सारा कोड़ दूर हो जाएगा, अजे नक ते तेरे कोड़ रहेगा। एक दिन कथा दे विच किसे पॉइंट ते तू ऑब्जेक्शन करेगा, किंतु करेगा, नक टेढ़ा करेगा, तेरे नक ते कोड़ रह जाएगा। राजा ओदे नाल तेरी मौत होनी है, मैं तेनू पहला ही लिखा देना। मैं तेनू 6 गल्लां तो वरजदा वां, तू घोड़ी ना खरीदी। नंबर 2, घोड़ी ते सवार होके दक्षिण दिशा दे विच जंगल दे विच ना जावी। नंबर 3, आदिवासी लड़की दे नाल शादी ना करी। नंबर 4, क्रोध ना करी, गुस्से दे विच ना आवी। नंबर 5, ब्राह्मणां दी हत्या ना करी। नंबर 6, जे ये सारे कर्म तू ना रोक सके हो जान तेरे कोलों, ते नंबर 6 जिहड़ा है ना, तू भागवत दी कथा दे उत्ते किंतु ना करी, ऑब्जेक्शन ना करी, नक टेढ़ा ना करी। ये 6 पॉइंट तो मैं तेनू वरजदा, ये काम ना करी। राजा जनमेजा कागज लैके दरबार दे विच आ गया। दरबारियां नू हुक्म कर दिता कि अज तो कोई घोड़ा घोड़ी नहीं खरीदिया जाएगा। साल 6 महीने इसे तरह लंघ गए। एक दिन सैनापति जरनैल जिहड़ा सी कुछ वजीर मंत्रियां नू नाल लैके दरबार दे विच आया। आखन लगा, राजन साडे पुराने घोड़े जिहड़े ने बुढ़े हो गए ने, जे कोई गवांढी राजा साडे ते अटैक कर दे ते साडा की हाल बने। राजा जनमेजा आखन लगा, वेखो पहला पॉइंट मैनू पंडित वेद व्यास ने लिखाया, घोड़ी नहीं खरीदनी। दरबारी आखन लगे, महाराज उन्होंने घोड़ी तो वरजिया, तुसी सानू घोड़े खरीदन दा आदेश दिओ। घोड़े खरीदन दा आदेश दे दिता। अजे थोड़े दिन ही लंघे सन, एक व्यापारी बहुत सुंदर घोड़ी लैके आया। दरबारी भज्जे भज्जे राजे जनमेजे दे कोल आए, आके बेनती करन लगे, महाराज अज एक व्यापारी बहुत सुंदर घोड़ी लैके आया, वो बहुत ज्यादा सुंदर आ, ओदी चाल बहुत वधिया ते इहो जी सुंदर घोड़ी जिहदी चाल इन्नी वधिया है, ये तुहाडे कोल ना हो के किसे आम जे बंदे दे कोल होवे, तुहाडा ते अपमान है, तुहाडी इंसल्ट है, तुहाडे कोल चाहीदी है। राजे जनमेजे ने दरबारियां नू फिर कागज विखाया, आखन लगा, मैनू लगदा तुसी सारे कमले हो गए हो। आ वेखो पहला पॉइंट मैनू पंडित वेद व्यास ने वरजिया है कि घोड़ी नहीं खरीदनी, तुसी आंदे हो घोड़ी खरीद। दरबारी आखन लगे, राजन घोड़ी बड़ी वधिया है, ओदी सवारी ना करिया जी, नूं तबेले दे विच बन छड़ो।
ਇਹੋ ਜੀ ਘੋੜੀ ਬਾਰ-ਬਾਰ ਨਹੀਂ ਮਿਲਣੀ। ਦਰਬਾਰੀਆਂ ਦੇ ਆਖੇ ਲੱਗ ਕੇ ਰਾਜੇ ਜਨਮੇਜੇ ਨੇ ਘੋੜੀ ਖਰੀਦ ਲਈ। ਪਹਿਲਾ ਪੁਆਇੰਟ ਜਿਹੜਾ ਸੀ ਨਾ, ਪੰਡਤ ਵੇਦ ਵਿਆਸ ਨੇ ਮਨਾ ਕੀਤਾ ਸੀ ਘੋੜੀ ਨਹੀਂ ਖਰੀਦਣੀ, ਉਹਦੇ ਤੇ ਕ੍ਰਾਸ ਲੱਗ ਗਿਆ, ਘੋੜੀ ਖਰੀਦ ਲਈ ਗਈ। ਅਜੇ ਥੋੜੇ ਦਿਨ ਲੰਘੇ, ਦਰਬਾਰੀ ਫਿਰ ਦਰਬਾਰ ਦੇ ਵਿੱਚ ਆਏ। ਆਖਣ ਲੱਗੇ ਰਾਜਨ, ਤੁਹਾਡੀ ਘੋੜੀ ਹੈ, ਉਹਦੀ ਕੋਈ ਸਵਾਰੀ ਨਹੀਂ ਕਰ ਸਕਦਾ, ਉਹ ਤਬੇਲੇ ਦੇ ਵਿੱਚ ਵੱਜੀ, ਉਹਦੀ ਚਾਲ ਇਸ ਤਰ੍ਹਾਂ ਖਰਾਬ ਹੋ ਜਾਏਗੀ, ਉਹਨੂੰ ਤੋਰਿਆ ਫੇਰਿਆ ਕਰੋ। ਰਾਜਾ ਜਨਮੇਜਾ ਆਖਣ ਲੱਗਾ, ਆ ਵੇਖੋ ਦੂਸਰਾ ਪੁਆਇੰਟ ਪੰਡਤ ਵੇਦ ਵਿਆਸ ਨੇ ਮੈਨੂੰ ਵਰਜਿਆ ਕਿ ਘੋੜੀ ਨੂੰ ਲੈ ਕੇ ਦੱਖਣ ਦਿਸ਼ਾ ਦੇ ਵਿੱਚ ਨਹੀਂ ਜਾਣਾ। ਦਰਬਾਰੀ ਆਖਣ ਲੱਗੇ, ਰਾਜਨ ਤੁਹਾਨੂੰ ਦੱਖਣ ਦਿਸ਼ਾ ਦੇ ਵਿੱਚ ਜਾਣ ਨੂੰ ਰੋਕਿਆ, ਤੁਸੀਂ ਪੂਰਬ ਵਾਲੇ ਪਾਸੇ ਚਲੇ ਜਾਓ, ਉੱਤਰ ਵਾਲੇ ਪਾਸੇ, ਤੁਸੀਂ ਪੱਛਮ ਵਾਲੇ ਪਾਸੇ ਘੋੜੀ ਨੂੰ ਲੈ ਜਾਓ। ਹੁਣ ਰਾਜਾ ਜਨਮੇਜਾ ਦਰਬਾਰੀਆਂ ਦੇ ਆਖੇ ਲੱਗ ਕੇ ਰੋਜ਼ ਸ਼ਾਮ ਨੂੰ ਘੋੜੀ ਦੀ ਸਵਾਰੀ ਕਰਦਾ। ਕਦੇ ਘੋੜੀ ਨੂੰ ਉੱਤਰ ਵਾਲੇ ਪਾਸੇ ਲੈ ਕੇ ਜਾਂਦਾ ਹੈ, ਕਦੇ ਪੱਛਮ ਵਾਲੇ ਪਾਸੇ, ਕਦੇ ਪੂਰਬ ਵਾਲੇ ਪਾਸੇ ਲੈ ਜਾਂਦਾ, ਦੱਖਣ ਵਾਲੇ ਪਾਸੇ ਨਹੀਂ ਜਾਂਦਾ, ਕਿਉਂਕਿ ਪੰਡਤ ਵੇਦ ਵਿਆਸ ਨੇ ਵਰਜਿਆ ਹੋਇਆ। ਇੱਕ ਦਿਨ ਕੀ ਹੋਇਆ, ਰਾਜੇ ਜਨਮੇਜੇ ਨੂੰ ਦਿਸ਼ਾ ਭਰਮ ਹੋ ਗਿਆ। ਆਮ ਕਰਕੇ ਬੰਦਿਆਂ ਨੂੰ ਦਿਸ਼ਾ ਭਰਮ ਹੋ ਹੀ ਜਾਂਦਾ ਹੈ। ਕਈ ਵਾਰ ਬੰਦਾ ਅੰਮ੍ਰਿਤਸਰ ਨੂੰ ਤੁਰਿਆ ਜਾਂਦਿਆ ਹੋਵੇ, ਇਉਂ ਲੱਗਦਾ ਜਿਵੇਂ ਬੰਦਾ ਯੂਪੀ ਨੂੰ ਤੁਰਿਆ ਜਾਂਦਿਆ। ਦਿਸ਼ਾ ਭਰਮ ਹੋਣ ਕਰਕੇ ਰਾਜੇ ਜਨਮੇਜਾ ਜਿਹੜਾ ਸੀ ਘੋੜੀ ਤੇ ਸਵਾਰ ਹੋ ਕੇ ਤੇ ਦੱਖਣ ਦਿਸ਼ਾ ਦੇ ਵਿੱਚ ਚਲਾ ਗਿਆ। ਤੇ ਜਿਵੇਂ ਪੰਡਤ ਵੇਦ ਵਿਆਸ ਨੇ ਪਹਿਲਾਂ ਹੀ ਦੱਸਿਆ ਸੀ, ਜਦੋਂ ਤੂੰ ਦੱਖਣ ਦਿਸ਼ਾ ਦੇ ਵਿੱਚ ਜਾਵੇਂਗਾ ਇੱਕ ਆਦੀਵਾਸੀ ਲੜਕੀ ਦੇ ਨਾਲ ਤੇਰਾ ਮੇਲ ਹੋਵੇਗਾ। ਰਾਜੇ ਜਨਮੇਜੇ ਨੂੰ ਪਤਾ ਸੀ ਕਿ ਪੰਡਤ ਵੇਦ ਵਿਆਸ ਨੇ ਮੈਨੂੰ ਵਰਜਿਆ ਕਿ ਇਹਦੇ ਨਾਲ ਸ਼ਾਦੀ ਨਹੀਂ ਕਰਨੀ, ਪਰ ਉਹਦੇ ਰੂਪ ਦੇ ਉੱਤੇ ਮੋਹਿਤ ਹੋ ਕੇ ਐਸਾ ਮੋਹਿਤ ਹੋਇਆ, ਕਿਉਂਕਿ ਰੂਪ ਤੇ ਕਾਮ ਦੀ ਮਿੱਤਰਤਾ ਹੈ, ਰੂਪ ਕਾਮ ਦਾ ਦੋਸਤ ਆ। ਗੁਰਬਾਣੀ ਵਿੱਚ ਪਾਠ ਆਇਆ, ਸਤਿਗੁਰੂ ਜੀ ਕਹਿੰਦੇ ਨੇ ਰੂਪੈ ਕਾਮੈ ਦੋਸਤੀ। ਰੂਪ ਦੇ ਉੱਤੇ ਐਸਾ ਮੋਹਿਤ ਹੋਇਆ, ਉਸ ਆਦੀਵਾਸੀ ਲੜਕੀ ਦੇ ਨਾਲ ਸ਼ਾਦੀ ਕਰਕੇ ਰਾਜਾ ਜਨਮੇਜਾ ਨੂੰ ਆਪਣੇ ਮਹਿਲ ਦੇ ਵਿੱਚ ਲੈ ਆਇਆ। ਰਾਜੇ ਜਨਮੇਜੇ ਦਾ ਇਹ ਕਰਮ ਵੇਖ ਕੇ ਇਹਦੀ ਸਾਰੀ ਪ੍ਰਜਾ ਦੇ ਖਿਲਾਫ ਹੋ ਗਈ। ਆਖਣ ਲੱਗੇ, ਰਾਜੇ ਸਾਡੇ ਨੇ ਕੀ ਕਰਮ ਕੀਤਾ ਹੈ? ਉਸ ਲੜਕੀ ਦੀ ਕੋਈ ਜਾਤ ਦਾ ਕੋਈ ਪਾਤ ਦਾ ਨਹੀਂ ਪਤਾ। ਜੇ ਰਾਜਾ ਇਸ ਤਰ੍ਹਾਂ ਦਾ ਕਰਮ ਕਰੇਗਾ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਏਗਾ? ਕਿਉਂਕਿ ਜਥਾ ਰਾਜਾ ਤਥਾ ਪ੍ਰਜਾ, ਜਿੱਥੇ ਲੀਡਰ, ਜਿੱਥੇ ਆਗੂ ਜਿਸ ਪਾਸੇ ਨੂੰ ਤੁਰੇਗਾ, ਮਗਰਲਿਆਂ ਨੇ ਵੀ ਉਧਰ ਨੂੰ ਤੁਰਨਾ। ਪ੍ਰਜਾ ਨੇ ਵਿਰੋਧ ਕਰ ਦਿੱਤਾ। ਹੁਣ ਹੋਇਆ ਕਿ ਰਾਜਾ ਜਨਮੇਜਾ ਇੱਕ ਵੱਡਾ ਹਵਨ ਜੱਗ ਕਰਨ ਲੱਗਾ। 18 ਬ੍ਰਾਹਮਣ ਆਏ ਨੇ, ਸੀਨੀਅਰ ਬ੍ਰਾਹਮਣ ਕੋਈ ਨਹੀਂ ਆਇਆ। ਜਿਹੜੇ 9 ਸਿੱਖੀਏ ਸਟੂਡੈਂਟ ਜਿਹੜੇ ਸਨ, ਜਿਹੜੇ ਅਜੇ ਹਵਨ ਕਰਨਾ ਸਿੱਖਦੇ ਸਨ, 18 ਬ੍ਰਾਹਮਣ ਆਏ। ਹਵਨ ਜੱਗ ਸ਼ੁਰੂ ਹੋਇਆ। ਜਿਸ ਵੇਲੇ ਹਵਨ ਜੱਗ ਸ਼ੁਰੂ ਹੋਇਆ, ਦਰਬਾਰੀ ਇਕੱਠੇ ਹੋ ਕੇ ਆਏ। ਆ ਕੇ ਰਾਜੇ ਜਨਮੇਜੇ ਨੂੰ ਬੇਨਤੀ ਕਰਦੇ ਨੇ, ਰਾਜਨ ਵੇਖਿਓ ਆ ਪਹਿਲੇ 3 ਪੁਆਇੰਟ ਜਿਹੜੇ ਨੇ ਨਾ, ਇਹਨਾਂ ਤੇ ਕ੍ਰਾਸ ਲੱਗ ਚੁੱਕੇ ਆ। ਘੋੜੀ ਵੀ ਤੁਸੀਂ ਖਰੀਦ ਲਈ, ਦੱਖਣ ਦਿਸ਼ਾ ਦੇ ਵਿੱਚ ਗਏ, ਆਦੀਵਾਸੀ ਲੜਕੀ ਦੇ ਨਾਲ ਸ਼ਾਦੀ ਕਰ ਲਈ। ਆ ਹੁਣ ਚੌਥਾ ਪੁਆਇੰਟ ਜਿਹੜਾ ਹੈ ਨਾ, ਪੰਡਤ ਵੇਦ ਵਿਆਸ ਨੇ ਵਰਜਿਆ ਕਿ ਕ੍ਰੋਧ ਨਹੀਂ ਕਰਨਾ। ਵੇਖਿਆ ਜੇ ਕ੍ਰੋਧ ਨਾ ਕਰਿਆ ਜੇ। ਹਵਨ ਜੱਗ ਆਰੰਭ ਹੋਇਆ। ਜਦੋਂ ਹਵਨ ਜੱਗ ਦੀ ਸਮਾਪਤੀ ਹੋਈ ਤੇ ਰਾਜੇ ਜਨਮੇਜੇ ਦੀ ਨਵੀਂ ਵਿਆਹੀ ਰਾਣੀ ਜਿਹੜੀ ਜੰਗਲ ਦੇ ਵਿੱਚੋਂ ਵਿਆਹ ਕੇ ਲਿਆਇਆ ਸੀ, ਉਹ ਇਹਨਾਂ ਬ੍ਰਾਹਮਣਾਂ ਨੂੰ ਖੀਰ ਵਰਤਾ ਰਹੀ ਸੀ। ਉਹਨਾਂ ਬ੍ਰਾਹਮਣਾਂ ਨੇ ਕੀ ਕੀਤਾ, ਇਸ ਰਾਣੀ ਦੇ ਨਾਲ ਕੋਈ ਹਾਸਾ ਠੱਠਾ ਮਖੌਲ ਕੀਤਾ। ਰਾਜਾ ਜਨਮੇਜਾ ਬਰਦਾਸ਼ਤ ਨਾ ਕਰ ਸਕਿਆ, ਕ੍ਰੋਧ ਦੇ ਵਿੱਚ ਆ ਗਿਆ, ਹੁਕਮ ਦੇ ਦਿੱਤਾ, ਸਾਰੇ ਬ੍ਰਾਹਮਣ ਜਿਹੜੇ ਨੇ ਮਾਰ ਦਿਓ ਇਹਨਾਂ ਨੂੰ। ਕਿਸੇ ਨੂੰ ਗਲ ਵੱਢ ਕੇ ਮਾਰ ਦਿੱਤਾ ਗਿਆ, ਕਿਸੇ ਨੂੰ ਉਬਲਦੀ ਦੇਗ ਦੇ ਵਿੱਚ ਪਾ ਦਿੱਤਾ, ਸਾਰੇ ਮਾਰ ਦਿੱਤੇ। ਤੇ ਜਿਸ ਤਰ੍ਹਾਂ ਪੰਡਤ ਵੇਦ ਵਿਆਸ ਨੇ ਪਹਿਲਾਂ ਹੀ ਲਿਖਿਆ ਸੀ ਕਿ ਜਦੋਂ ਤੂੰ ਬ੍ਰਾਹਮਣਾਂ ਦੀ ਹੱਤਿਆ ਕਰੇਗਾ ਤੈਨੂੰ ਕੋੜ ਹੋ ਜਾਵੇਗਾ, ਰਾਜੇ ਜਨਮੇਜੇ ਦੇ ਸਾਰੇ ਸਰੀਰ ਦੇ ਵਿੱਚ ਕੋੜ ਹੋ ਗਿਆ। ਤੇ ਜਦੋਂ ਕੋੜ ਹੋਇਆ ਤੇ ਪੰਡਤ ਵੇਦ ਵਿਆਸ ਨੇ ਪਹਿਲਾਂ ਹੀ ਲਿਖਾਇਆ ਸੀ ਕਿ ਜਦੋਂ ਤੈਨੂੰ ਕੋੜ ਹੋਏਗਾ ਫਿਰ ਤੂੰ ਮੇਰੇ ਕੋਲ ਆਵੇਂਗਾ। ਰਾਜਾ ਜਨਮੇਜਾ ਪੰਡਤ ਵੇਦ ਵਿਆਸ ਦੇ ਕੋਲ ਆਉਂਦਾ ਹੈ। ਆਉਂਦਿਆਂ ਪੰਡਤ ਵੇਦ ਵਿਆਸ ਨੇ ਬਚਨ ਕੀਤਾ, ਪੁੱਛਿਆ, ਰਾਜਨ ਤੇਰੇ ਕੋਲ ਤੇ ਸਿਆਣਪਾਂ ਹੀ ਬੜੀਆਂ ਸਨ, ਤੇਰੇ ਕੋਲ ਤੇ ਚਲਾਕੀਆਂ ਹੀ ਬੜੀਆਂ ਸਨ। ਤੂੰ ਤੇ ਆਖਦਾ ਸੈ ਕਿ ਮੈਂ ਆਪਣੀਆਂ ਚਲਾਕੀਆਂ ਦੇ ਨਾਲ, ਆਪਣੀ ਸਿਆਣਪ ਦੇ ਨਾਲ ਮੈਂ ਹੋਣੀ ਨੂੰ ਵੀ ਟਾਲ ਸਕਦਾ, ਤੇਰੇ ਕੋਲੋਂ ਟਾਲੀ ਕਿਉਂ ਨਾ ਗਈ? ਮਨੁੱਖ ਦੇ ਕੋਲ ਹਜ਼ਾਰਾਂ ਲੱਖਾਂ ਹੀ ਸਿਆਣਪਾਂ ਕਿਉਂ ਨਾ ਹੋਣ, ਮਾਲਕ ਦੇ ਦਰਬਾਰ ਦੇ ਵਿੱਚ ਉਹਦੀ ਇੱਕ ਵੀ ਸਿਆਣਪ ਕੰਮ ਨਹੀਂ ਆਉਂਦੀ। ਆਮ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਵਿਚਰਨ ਲੱਗਿਆ ਤੁਹਾਨੂੰ ਚਲਾਕੀ ਦੀ, ਸਿਆਣਪ ਦੀ ਲੋੜ ਪਵੇਗੀ, ਪਰ ਆ ਜਿਹੜੀ ਥਾਂ ਹੈ ਨਾ, ਇੱਥੇ ਆਪਣੀ ਸਿਆਣਪ ਤੁਹਾਨੂੰ ਬਾਹਰ ਰੱਖ ਕੇ ਆਉਣੀ ਪਵੇਗੀ। ਇੱਥੇ ਨਿਮਰਤਾ ਦੇ ਵਿੱਚ ਆਉਣਾ ਪਏਗਾ, ਨਿਮਰ ਹੋ ਕੇ, ਮਸਕੀਨ ਹੋ ਕੇ ਗੁਰੂ ਦੇ ਦਰਬਾਰ ਦੇ ਵਿੱਚ ਆਉਣਾ ਪਏਗਾ। ਬੰਦੇ ਦੀ ਸਿਆਣਪ, ਬੰਦੇ ਦੀ ਚਲਾਕੀ ਜਿਹੜੀ ਹੈ ਮਾਲਕ ਦੇ ਅੱਗੇ ਕੰਮ ਨਹੀਂ ਕਰਦੀ। ਇਸਲਾਮ ਧਰਮ ਦੇ ਕਿਤਾਬਾਂ ਦੇ ਵਿੱਚ ਸਾਖੀਆਂ ਆਉਂਦੀਆਂ ਨੇ
ਇੱਕ ਅਫਲਾਤੂ ਹੋਇਆ ਇਸਲਾਮ ਧਰਮ ਦੇ ਵਿੱਚ। ਇਹ ਇੰਨਾ ਜ਼ਿਆਦਾ ਸਿਆਣਾ, ਇੰਨਾ ਜ਼ਿਆਦਾ ਚਲਾਕ, ਇੰਨੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਇਹਦੇ ਕੋਲ ਸਨ, ਆਪਣੇ ਵਰਗੀ ਸ਼ਕਲ ਬਣਾ ਲੈਂਦਾ ਸੀ। ਜਦੋਂ ਇਹਦਾ ਅਖੀਰਲਾ ਵੇਲਾ ਆਇਆ, ਮੌਤ ਇਹਨੂੰ ਲੈਣ ਆਈ, ਨੂੰ ਪਤਾ ਲੱਗ ਗਿਆ ਕਿ ਮੌਤ ਨੇ ਹੁਣ ਆਉਣਾ ਮੈਨੂੰ ਲੈਣ। ਇਹਨੇ ਆਪਣੇ ਵਰਗੀਆਂ 5 ਸ਼ਕਲਾਂ ਬਣਾ ਲਈਆਂ। ਹੁਣ ਮੌਤ ਨੂੰ ਪਤਾ ਨਾ ਲੱਗੇ ਕਿ ਅਸਲੀ ਅਫਲਾਤੂ ਕਿਹੜਾ, ਮੈਂ ਲਿਜਾਵਾਂ ਕਿਹਨੂੰ। ਮੌਤ ਚਕਰਾ ਗਈ। ਮੌਤ ਵਾਪਸ ਚਲੀ ਗਈ। ਧਰਮਰਾਜ ਦੇ ਕੋਲ ਜਾ ਕੇ ਬੇਨਤੀ ਕੀਤੀ, ਆਖਣ ਲੱਗੀ, ਧਰਮਰਾਜ, ਅਫਲਾਤੂ ਜਿਹੜਾ ਬਹੁਤ ਜ਼ਿਆਦਾ ਚਲਾਕ ਹੈ, ਉਹਨੇ ਆਪਣੇ ਵਰਗੀਆਂ 4-5 ਸ਼ਕਲਾਂ ਬਣਾ ਲਈਆਂ ਨੇ, ਮੈਨੂੰ ਪਤਾ ਨਹੀਂ ਲੱਗਣ ਦਿਆ ਅਸਲੀ ਅਫਲਾਤੂ ਕਿਹੜਾ। ਧਰਮਰਾਜ ਆਖਣ ਲੱਗੇ, ਮੇਰੇ ਕੋਲ ਇੱਕ ਤਰਕੀਬ ਹੈ। ਉਹ ਜਿਹੜਾ ਅਫਲਾਤੂ ਹੈ ਨਾ, ਉਹਨੂੰ ਆਪਣੀ ਬਣਾਈ ਹੋਈ ਚੀਜ਼ ਤੇ ਹੰਕਾਰ ਤੇ ਘਮੰਡ ਬਹੁਤ ਜ਼ਿਆਦਾ ਹੈ। ਹੰਕਾਰੀ ਬੰਦਾ ਆਪਣੀ ਕਮੀ ਨਹੀਂ ਸੁਣ ਸਕਦਾ। ਤੂੰ ਕੀ ਕਰਨਾ ਹੈ, ਉਹਦੀ ਇੱਕ ਪਾਸਿਓਂ ਲੈ ਕੇ ਉਹਦੀਆਂ ਸ਼ਕਲਾਂ ਦੀ ਤਾਰੀਫ ਕਰਨੀ ਸ਼ੁਰੂ ਕਰ ਦਈ। ਇੱਕ ਸ਼ਕਲ ਦੇ ਵਿੱਚ ਕੋਈ ਨੁਕਸ ਕੱਢ ਦਈ, ਉਸੇ ਵੇਲੇ ਅਸਲੀ ਅਫਲਾਤੂ ਬੋਲ ਪਏਗਾ, ਤੇਰਾ ਕੰਮ ਹੋ ਜਾਏਗਾ। ਮੌਤ ਵਾਪਸ ਆਉਂਦੀ ਹੈ। ਆ ਕੇ ਅਫਲਾਤੂ ਦੇ ਜਿਹੜੀਆਂ ਉਹਦੀਆਂ ਬਣਾਈਆਂ ਹੋਈਆਂ ਸ਼ਕਲਾਂ ਸਨ, ਇੱਕ ਪਾਸਿਓਂ ਉਹਨਾਂ ਦੀ ਤਾਰੀਫ ਕਰਨੀ ਸ਼ੁਰੂ ਕੀਤੀ। ਆਹ ਸ਼ਕਲ ਬੜੀ ਵਧੀਆ ਬਣਾਈ ਹੈ, ਪਤਾ ਹੀ ਨਹੀਂ ਲੱਗਦਾ। ਆ ਵੀ ਬੜੀ ਵਧੀਆ। ਤੀਸਰੀ ਸ਼ਕਲ ਦੇ ਵਿੱਚ ਜਾ ਕੇ ਮੌਤ ਨੇ ਇੱਕ ਨੁਕਸ ਕੱਢ ਦਿੱਤਾ ਕਿ ਇਹਦੇ ਵਿੱਚ ਇੱਕ ਕਮੀ ਰਹਿ ਗਈ ਹੈ। ਅਸਲੀ ਅਫਲਾਤੂ ਉਸੇ ਵੇਲੇ ਬੋਲ ਪਿਆ, ਇਹਦੇ ਵਿੱਚ ਕਿਹੜੀ ਕਮੀ ਹੈ। ਉਸੇ ਵੇਲੇ ਮੌਤ ਨੇ ਧੌਣ ਮਰੋੜ ਦਿੱਤੀ। ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੇਖੋ, ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਦੱਸ ਦਿੱਤਾ, ਬੰਦਿਆ, ਤੇਰੇ ਕੋਲ ਹਜ਼ਾਰਾਂ ਸਿਆਣਪਾਂ ਹੋਣ, ਲੱਖਾਂ ਚਤੁਰਾਈਆਂ ਹੋਣ, ਉਹ ਮਾਲਕ ਦੇ ਦਰਬਾਰ ਦੇ ਵਿੱਚ ਕੰਮ ਨਹੀਂ ਆਉਂਦੀਆਂ। ਪਿਛਲੇ 2 ਸਾਲਾਂ ਦੇ ਵਿੱਚ ਇੱਕ ਛੋਟਾ ਜਿਹਾ ਵਾਇਰਸ ਸੀ ਜਿਹਨੇ ਸਾਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਸੀ। ਕਿੱਥੇ ਗਈਆਂ ਸਾਡੀਆਂ ਸਿਆਣਪਾਂ, ਕਿੱਥੇ ਗਈਆਂ ਸਨ ਸਾਡੀਆਂ ਚਲਾਕੀਆਂ। ਮੈਡੀਕਲ ਦੇ ਵਿੱਚ ਜਿਹੜੇ ਦੇਸ਼ ਇਟਲੀ ਵਰਗੇ, ਜਰਮਨੀ ਵਰਗੇ ਤੀਜੇ ਚੌਥੇ ਨੰਬਰ ਤੇ ਸਨ, ਉਹਨਾਂ ਦੇ ਵੀ ਹੱਥ ਖੜੇ ਹੋ ਗਏ। ਤਾਂ ਕਰਕੇ ਰੱਬ ਵੱਲ ਉਹਨਾਂ ਨੇ ਪ੍ਰਾਰਥਨਾ ਕੀਤੀ, ਸਾਡੇ ਹੱਥ ਖੜੇ ਨੇ। ਜਦੋਂ ਜਰਮਨੀ ਦੇ ਇੱਕੋ ਦਿਨ ਦੇ ਵਿੱਚ 700 ਬੰਦੇ ਮਰੇ, ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਹੁਣ ਪਰਮੇਸ਼ਰ ਹੀ ਹੈ ਜਿਹੜਾ ਸਾਨੂੰ ਬਚਾ ਸਕਦਾ ਹੈ। ਮਾਲਕ ਦੇ ਦਰਬਾਰ ਦੇ ਵਿੱਚ ਤੇਰੀ ਇੱਕ ਵੀ ਸਿਆਣਪ ਜਿਹੜੀ ਹੈ ਉਹ ਕੰਮ ਨਹੀਂ ਆਵੇਗੀ। ਰਾਜੇ ਜਨਮੇਜੇ ਨੂੰ ਕੋੜ ਹੋਇਆ। ਪੰਡਤ ਵੇਦ ਵਿਆਸ ਨੇ ਹੁਣ ਸ਼੍ਰੀਮਦ ਭਾਗਵਤ ਦੀ ਕਥਾ ਸੁਣਾਉਣੀ ਸ਼ੁਰੂ ਕੀਤੀ ਤੇ ਕਥਾ ਦੇ ਪ੍ਰਭਾਵ ਦੇ ਨਾਲ ਰਾਜੇ ਜਨਮੇਜੇ ਦਾ ਸਾਰਾ ਸਰੀਰ ਜਿਹੜਾ ਸੀ ਕੰਚਨ ਵਰਗਾ ਹੋ ਗਿਆ। ਅਜੇ ਨੱਕ ਤੇ ਕੋੜ ਰਹਿੰਦਾ। ਕਥਾ ਦਾ ਬਹੁਤ ਵੱਡਾ ਮਹਾਤਮ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ, ਕਥਾ ਸੁਣਤ ਮਲ ਸਗਲੀ ਖੋਵੈ। ਗੁਰੂ ਸਾਹਿਬ ਦੀ ਕਥਾ ਸੁਣਨ ਦੇ ਨਾਲ ਮਨ ਜਿਹੜਾ ਹੈ ਉਹਦੀ ਮੈਲ ਉਤਰ ਜਾਂਦੀ ਹੈ, ਮਨ ਨਿਰਮਲ ਹੋਇਆ ਕਰਦਾ। ਰਾਜੇ ਜਨਮੇਜੇ ਦਾ ਸਾਰਾ ਸਰੀਰ ਜਿਹੜਾ ਕੰਚਨ ਵਰਗਾ ਹੋ ਗਿਆ, ਅਜੇ ਨੱਕ ਤੇ ਕੋੜ ਰਹਿੰਦਾ। ਇੱਕ ਦਿਨ ਕਥਾ ਦੇ ਵਿੱਚ ਇਹ ਕਥਾ ਆਈ। ਪੰਡਤ ਵੇਦ ਵਿਆਸ ਨੇ ਪਹਿਲਾਂ ਵਰਜਿਆ ਸੀ 6ਵਾਂ ਪੁਆਇੰਟ ਜਿਹੜਾ ਸੀ ਕਿ ਕਥਾ ਦੇ ਵਿੱਚ ਨੱਕ ਟੇਢਾ ਨਹੀਂ ਕਰਨਾ, ਕਿਸੇ ਪੁਆਇੰਟ ਤੇ ਕਿੰਤੂ ਨਹੀਂ ਕਰਨਾ। 6ਵਾਂ ਪੁਆਇੰਟ ਅਜੇ ਰਹਿੰਦਾ। ਇੱਕ ਦਿਨ ਕਥਾ ਦੇ ਵਿੱਚ ਕਥਾ ਆਈ ਕਿ ਭੀਮ ਸੈਨ ਜਿਹੜਾ ਪਾਂਡਵਾਂ ਦਾ ਭਰਾ ਸੀ ਨਾ, ਜੰਗਲ ਦੇ ਵਿੱਚ ਨਿਹੱਤਾ ਤੁਰਿਆ ਜਾ ਰਿਹਾ ਤੇ ਹਾਥੀਆਂ ਦੇ ਉੱਤੇ ਚੜੇ ਹੋਏ ਭੀਲਾਂ ਨੇ ਇਹਦੇ ਉੱਤੇ ਅਟੈਕ ਕਰ ਦਿੱਤਾ। ਤੇ ਭੀਮ ਸੈਨ ਨੇ ਕੀ ਕੀਤਾ, ਮੰਤਰ ਬਲ ਦੀ ਸ਼ਕਤੀ ਦੇ ਨਾਲ, ਨਾਮ ਦੀ ਸ਼ਕਤੀ ਦੇ ਨਾਲ ਉਹਨਾਂ ਹਾਥੀਆਂ ਨੂੰ ਆਕਾਸ਼ ਨੂੰ ਚਲਾ ਦਿੱਤਾ ਹੈ ਤੇ ਹਾਥੀਆਂ ਦੇ ਪਿੰਜਰ ਜਿਹੜੇ ਨੇ ਅਜੇ ਵੀ ਆਕਾਸ਼ ਦੇ ਵਿੱਚ ਘੁੰਮਦੇ ਪਏ ਨੇ। ਇਹ ਕਥਾ ਆਈ ਕਥਾ ਦੇ ਵਿੱਚ। ਜਦੋਂ ਰਾਜੇ ਜਨਮੇਜੇ ਨੇ ਇਹ ਕਥਾ ਸੁਣੀ ਤੇ ਇਹਨੇ ਨੱਕ ਟੇਢਾ ਕਰ ਦਿੱਤਾ, ਆਖਣ ਲੱਗਾ, ਹੈ ਉਹ ਪਿੰਜਰ ਅਜੇ ਵੀ ਆਕਾਸ਼ ਦੇ ਵਿੱਚ ਘੁੰਮਦੇ ਪਏ ਨੇ। ਆਖਣ ਲੱਗਾ, ਮੈਂ ਸਾਰੀਆਂ ਗੱਲਾਂ ਮੰਨਣ ਵਾਸਤੇ ਤਿਆਰ ਹਾਂ, ਪਰ ਆਹ ਗੱਲ ਤੇ ਮੇਰੇ ਮੰਨਣ ਵਿੱਚ ਹੀ ਨਹੀਂ ਆਉਂਦੀ ਕਿ ਪਿੰਜਰ ਜਿਹੜੇ ਨੇ ਆਕਾਸ਼ ਦੇ ਵਿੱਚ ਘੁੰਮਦੇ ਪਏ ਨੇ। ਪੰਡਤ ਵੇਦ ਵਿਆਸ ਆਖਣ ਲੱਗੇ, ਰਾਜਨ ਤੈਨੂੰ ਮਨਾ ਕੀਤਾ ਸੀ, ਕਥਾ ਦੇ ਵਿੱਚ ਕਿਸੇ ਪੁਆਇੰਟ ਤੇ ਕਿੰਤੂ ਨਹੀਂ ਕਰਨਾ, ਤੈਨੂੰ ਰੋਕਿਆ ਸੀ ਨੱਕ ਟੇਢਾ ਨਹੀਂ ਕਰਨਾ। ਪੰਡਤ ਵੇਦ ਵਿਆਸ ਨੇ ਉਸੇ ਵੇਲੇ ਮੰਤਰ ਬਲ ਦੀ ਸ਼ਕਤੀ ਦੇ ਨਾਲ ਜਿੰਨੇ ਪਿੰਜਰ ਆਕਾਸ਼ ਦੇ ਵਿੱਚ ਘੁੰਮਦੇ ਪਏ ਸਨ, ਮੰਤਰ ਬਲ ਦੀ ਸ਼ਕਤੀ ਨਾਲ ਸਾਰੇ ਪਟਕਾ ਕੇ ਥੱਲੇ ਮਾਰੇ। ਚਾਰੋਂ ਪਾਸੇ ਪਿੰਜਰਾਂ ਦੇ ਢਿੱਗ ਲੱਗ ਗਏ। ਪੰਡਤ ਵੇਦ ਵਿਆਸ ਆਖਣ ਲੱਗੇ, ਰਾਜਨ ਆ ਵੇਖ, ਹੁਣ ਪਿੰਜਰ ਤੈਨੂੰ ਦਿਸਦੇ ਨੇ ਕਿ ਨਹੀਂ, ਪਰ ਤੈਨੂੰ ਮਨਾ ਕੀਤਾ ਸੀ ਕਥਾ ਦੇ ਉੱਤੇ ਕਿੰਤੂ ਨਹੀਂ ਕਰਨਾ, ਤੂੰ ਨੱਕ ਟੇਢਾ ਕੀਤਾ, ਤੇਰੇ ਨੱਕ ਦੇ ਉੱਤੇ ਕੋੜ ਰਹਿ ਜਾਵੇਗਾ, ਇਹਦੇ ਨਾਲ ਤੇਰੀ ਮੌਤ ਹੋਏਗੀ। ਰਾਜਨ ਤੈਨੂੰ ਪਹਿਲਾਂ ਦੱਸਿਆ ਸੀ, ਤੈਨੂੰ ਲਿਖਾਇਆ ਸੀ ਕਿ ਜਿਹੜੀ ਹੋਣੀ ਹੈ, ਜਿਹੜੀ ਭਾਵੀ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ ਰਾਜਾ। ਇਹ ਰਾਜੇ ਜਨਮੇਜੇ ਦੀ ਸਾਰੀ ਕਥਾ ਨੂੰ ਤੁਹਾਡੇ ਵਿੱਚੋਂ ਕਈਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੋਏਗਾ, ਇਹ ਕਥਾ ਜਥੇਦਾਰ ਪਤਾ ਨਹੀਂ ਰਾਜੇ ਜਨਮੇਜੇ ਦੀ ਕਿੱਥੋਂ ਲੈ ਕੇ ਬਹਿ ਗਿਆ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ 2 ਪੰਕਤੀਆਂ ਦੇ ਵਿੱਚ ਸਾਰੀ ਕਥਾ ਨੂੰ ਲਿਖ ਦਿੱਤਾ ਹੈ। ਪਾਤਸ਼ਾਹ ਕਹਿੰਦੇ ਨੇ, ਰਾਜਾ ਜਨਮੇਜਾ ਦੇਮੰਤੀ
ਬਰਜ ਬਿਆਸ ਪੜਾਇਆ ਤਿੰਨ ਕਰ ਜਗ 18 ਕਾਏ ਕਿਰਤ ਨਾ ਚੱਲਿਆ ਚਲਾਇਆ। ਆਪਣੀ ਕਿਰਤ ਨੂੰ ਆਪਣੇ ਕਰਮ ਨੂੰ ਜਿਹੜਾ ਉਹਦਾ ਪਰਾਲਬਧ ਸੀ ਨਾ ਉਹਨੂੰ ਟਾਲ ਨਹੀਂ ਸਕਿਆ ਤੇ ਉਹਨੂੰ ਮਰਨਾ ਪੈ ਗਿਆ। ਇਹ ਆ ਪਰਾਲਬਧ ਕਰਮ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਅੱਜ ਕਰਮਾਂ ਦੇ ਉੱਤੇ ਪ੍ਰਕਰਨ ਚੱਲ ਰਿਹਾ। ਪਰਾਲਬਧ ਕਰਮ ਜਿਹੜੇ ਨੇ ਕਿਸੇ ਵੀ ਤਰੀਕੇ ਦੇ ਨਾਲ ਕੱਟੇ ਨਹੀਂ ਜਾ ਸਕਦੇ, ਇਹਨਾਂ ਨੂੰ ਟਾਲਿਆ ਨਹੀਂ ਜਾ ਸਕਦਾ, ਇਹਨਾਂ ਨੂੰ ਭੋਗਣਾ ਪੈਂਦਾ ਹੈ ਭਾਈ।